अस्सलाम वालेकुम नाज़रीन, आपका मेज़बान मलिक रिजवान आपकी खिदमत में हाजिर है और आप देख रहे हैं रिजवान खिची ऑफिशियल। नाज़रीन, जो आज स्टोरी हम आपके साथ सामने लेकर आए हैं, ये स्टोरी सुनकर आपके रोंगटे खड़े हो जाएंगे और खून के आंसू रहेंगे। एक इतनी बहादुर कौम की माँ जो पूरी ज़िंदगी कुवैत में गुजारती है और पाकिस्तान में आते ही इस तरह की मजदूरियाँ और अपनी अजीबो गरीब से 60-65 साल की उम्र में करना शुरू कर देती है। मोटरसाइकिल को पंक्चर लगा रही है, चैन सेट कर रही है, मतलब वर्कशॉप पे काम कर रही है। क्या स्टोरी है, आइए हम इनसे ही पूछते हैं। और आप लोग ये स्टोरी सुनकर मुझे नहीं लगता कि आप अपने आंसू रोक पाएंगे। आइए हम इन माँ की तरफ चलते हैं। अस्सलाम वालेकुम। वालेकुम सलाम बेटा। भाई की हाल है? शुक्र है अल्लाह ਦਾ ਪੁੱਤ। ਭਾਈ ਥੋੜਾ ਦੱਸੋ ਵੇਖਣ ਵਾਲਿਆਂ ਨੂੰ ਕੀ ਤੁਹਾਡਾ ਮਤਲਬ ਕਿ ਮਾਜਰਾ ਹੈਗਾ, ਕਿਸ ਤਰ੍ਹਾਂ ਤੁਸੀਂ ਪੂਰੀ ਜ਼ਿੰਦਗੀ ਆਪਣੀ ਅਯਾਸ਼ੀ ਨਾਲ ਗੁਜ਼ਾਰਦੇ ਹੋ ਤੇ ਅਚਾਨਕ ਬੁਢਾਪੇ ਜਾ ਕੇ ਤੁਸੀਂ ਜਿਹੜਾ ਹੈਗਾ ਇਮੋਸ਼ਨਲ ਜ਼ਿੰਦਗੀ ਗੁਜ਼ਾਰਨਾ ਸ਼ੁਰੂ ਕਰ ਦਿੰਦੇ ਹੋ। ਮੈਂ ਬੇਟਾ ਕੁਵੈਤ ਰਹੀ ਹਾਂ ਆਪਣੇ ਮੀਆਂ ਸਾਹਿਬ ਦੇ ਨਾਲ 10 ਸਾਲ ਰਹਿ ਕੇ ਆਈ ਹਾਂ ਉੱਥੇ ਤੇ ਉਹਨਾਂ ਦੇ ਨਾਲ ਕਾਰੋਬਾਰ ਵੀ ਕਰਦੀ ਰਹੀ ਹਾਂ, ਖੁਦ ਵੀ ਬਿਊਟੀਸ਼ੀਅਨ ਸਾਂ ਮੈਂ, ਉਹਨਾਂ ਦੇ ਨਾਲ ਗੱਡੀਆਂ ਦਾ ਕੰਮ ਕਰਦੀ ਰਹੀ ਹਾਂ ਕੁਵੈਤ ਦੇ ਵਿੱਚ। ਫਿਰ ਮੀਆਂ ਸਾਹਿਬ ਦੀਆਂ 2 ਬੀਵੀਆਂ ਸਨ, ਮੈਂ ਦੂਸਰੀ ਹਾਂ। ਪਹਿਲੀ ਜਦੋਂ ਉੱਥੇ ਗਈ ਹੈ ਤੇ ਫਿਰ ਕੁਵੈਤ ਨੇ ਐਲਾਨ ਕਰ ਦਿੱਤਾ ਉਹਨੇ ਦਿਨ ਨੂੰ ਵੀ ਪਾਕਿਸਤਾਨ ਅਜਨਬੀ ਜਿਹੜੇ ਨੇ ਨਾ ਆਪਣੀ ਇੱਕ ਬੀਵੀ ਇੱਥੇ ਰੱਖਣ, ਦੂਸਰੀ ਨੂੰ ਵਾਪਸ ਭੇਜ ਦੇਣ। ਫਿਰ ਮੈਨੂੰ ਵਾਪਸ ਆਉਣਾ ਪਿਆ। ਸ਼ੋਰੂਮ ਅਸੀਂ ਬਣਾਇਆ ਸੀ ਦੋਨੋਂ ਮੀਆਂ ਬੀਵੀ ਨੇ ਗੱਡੀਆਂ ਦਾ। ਮੈਂ 65 ਗੱਡੀਆਂ ਛੱਡ ਕੇ ਆਈ ਹਾਂ ਉੱਥੇ ਤੇ ਇੱਥੇ ਆ ਕੇ ਵੀ ਮੈਂ ਮਤਲਬ ਕਿ ਫਾਰਗ ਨਹੀਂ ਰਹੀ। ਮੈਂ ਇੱਥੇ ਆ ਕੇ ਵੀ ਪ੍ਰਾਪਰਟੀ ਦਾ ਕੰਮ ਕਰਦੀ ਰਹੀ ਹਾਂ। 2-2 2.5 ਮਰਲੇ ਦੇ ਪਲਾਟ ਲੈ ਕੇ ਉਹ ਬਣਾ ਕੇ ਮਕਾਨ ਬਣਾ ਕੇ ਸੇਲ ਕਰਦੀ ਰਹੀ ਹਾਂ। ਇੱਥੇ ਆ ਕੇ ਮੈਂ 3 ਸਾਲ ਪਾਰਲਰ ਦਾ ਵੀ ਕੰਮ ਕੀਤਾ। ਹੁਣ ਮਤਲਬ ਕਿ ਖੁਦ ਮੈਂ ਕੈਂਸਰ ਦੀ ਮਰੀਜ਼ ਸਾਂ, ਇਸ ਵਾਸਤੇ ਮੇਰੇ ਕੋਲ ਹੁਣ ਮਤਲਬ ਕਿ ਪਾਰਲਰ ਦਾ ਕੰਮ ਨਹੀਂ ਸੀ ਹੁੰਦਾ, ਮੈਨੂੰ ਛੱਡਣਾ ਪੈ ਗਿਆ। ਉਹ ਫਿਰ ਕੁਵੈਤ 'ਚ ਲੋਕ ਅਯਾਸ਼ੀ ਦੀ ਜ਼ਿੰਦਗੀ ਗੁਜ਼ਾਰਦੇ ਨੇ। ਤੁਸੀਂ ਕਹਿ ਰਹੇ ਹੋ ਕਿ ਮੈਂ ਆਪਣਾ ਬਿਜ਼ਨਸ ਕਰਦੀ ਰਹੀ ਹਾਂ, ਸ਼ੋਰੂਮ ਹੈਗੇ ਸੀ, ਗੱਡੀਆਂ ਹੈਗੀਆਂ ਸੀ, ਤੇ ਹੁਣ ਤੁਹਾਨੂੰ ਕੀ ਫੀਲ ਹੁੰਦਾ ਕਿ ਤੁਸੀਂ ਇੱਕ ਤਾਂ ਅਯਾਸ਼ੀ ਦੀ ਜ਼ਿੰਦਗੀ ਗੁਜ਼ਾਰ ਰਹੇ ਹੋ, ਹੁਣ ਇੱਕ ਤੁਸੀਂ ਮਿੱਟੀ ਘੱਟੇ ਦੇ ਵਿੱਚ ਸਾਰਾ ਦਿਨ ਮੋਟਰਸਾਈਕਲ ਨੂੰ ਪੈਂਚਰ ਲਗਾਉਂਦੇ ਹੋ। ਬਹੁਤ ਮੁਸ਼ਕਿਲ ਹੁੰਦਾ ਹੈ। ਇੱਥੇ ਤਾਂ ਅੱਜ ਕੱਲ੍ਹ ਦੀ ਜੋ ਨੌਜਵਾਨ ਨਸਲ ਹੈਗੇ ਨੇ, ਨੌਜਵਾਨ ਮੁੰਡੇ ਹੁੰਦੇ ਨੇ, ਉਹ ਕਦੀ ਕਹਿੰਦੇ ਨੇ ਅਸੀਂ ਬਿਮਾਰ ਹੋ ਗਏ, ਸਾਡੇ ਕੋਲ ਪੈਂਚਰ ਨਹੀਂ ਲੱਗਦਾ, ਸਾਡੇ ਕੋਲ ਕੰਮ ਤੇ ਨਹੀਂ ਆ ਜਾਂਦਾ। ਤੁਹਾਡੀ ਹਿੰਮਤ ਇਸ ਤਰ੍ਹਾਂ ਦੀ ਕਿਵੇਂ ਜ਼ਾਹਿਰ ਹੈਗੀ? ਮੈਂ ਬੇਟਾ ਆਪਣੇ ਪਹਿਲੇ ਵਾਲਾ ਸਾਹਿਬ ਨਾਲ ਹਿੰਮਤ ਕੀਤੀ ਰੱਖੀ, ਫਿਰ ਖਾਵਨ ਨਾਲ, ਹੁਣ ਆਪਣੇ ਬੇਟੇ ਨਾਲ ਹਿੰਮਤ ਕੀਤੀ ਕਿਉਂਕਿ ਆਪਣੇ ਬੱਚੇ ਦੀ ਹੌਸਲਾ ਅਫਜ਼ਾਈ ਕਰ ਰਹੀ ਹਾਂ। ਅਗਰ ਮੈਂ ਹਿੰਮਤ ਤੋੜ ਦਿਆਂਗੀ ਤਾਂ ਮੇਰਾ ਬੇਟਾ ਵੀ ਤੋੜ ਦੇਗਾ ਕਿਉਂਕਿ ਸਾਰੇ ਘਰ ਦੀ ਜ਼ਿੰਮੇਵਾਰੀ ਉਹਦੇ 'ਤੇ ਹੈ। ਮੈਂ ਮਕਾਨ ਦਾ ਕਿਰਾਇਆ ਵੀ ਦੇਣਾ, ਦੁਕਾਨ ਦਾ ਕਿਰਾਇਆ ਵੀ, ਬਿਜਲੀਆਂ ਦੇ ਬਿੱਲ ਵੀ ਨੇ, ਘਰ ਦੇ ਅਖਰਾਜਾਤ ਵੀ, ਸਾਰਾ ਉਸ ਬੱਚੇ ਦੇ ਨਾਲ ਹੈ। ਤੁਹਾਡੇ ਖਾਵਨ ਦੀਆਂ 2 ਸ਼ਾਦੀਆਂ ਹੋਈਆਂ ਨੇ ਤਾਂ ਜਿਹੜੀ ਉਹਨਾਂ ਦੀ ਦੂਸਰੀ ਬੀਵੀ ਹੈਗੀ ਉਹਨਾਂ ਨੇ ਤਾਂ ਪਾਕਿਸਤਾਨ ਭੇਜ ਸਕਦੇ ਸੀ, ਤੁਹਾਨੂੰ ਹੀ ਕਿਉਂ ਭੇਜਿਆ? ਉਹ ਪਹਿਲੇ ਪਾਕਿਸਤਾਨ ਰਹੀ ਹੈ, 5-6 ਸਾਲ ਉਹ ਰਹੀ ਹੈ ਪਾਕਿਸਤਾਨ। ਫਿਰ ਉਹਨੇ ਜ਼ਿੱਦ ਕੀਤੀ ਨਹੀਂ ਜੀ ਮੈਂ ਆਪਣੇ ਬੱਚਿਆਂ ਨੂੰ ਵਾਪਸ ਲੈ ਕੇ ਆਉਣਾ, ਕੁਵੈਤ ਦੇ ਵਿੱਚ ਲੈ ਕੇ ਆਉਣਾ। ਮਤਲਬ ਕਿ ਉਹ ਵੀ ਉਹਨਾਂ ਦੀ ਪਸੰਦ ਦੀ ਸੀ, ਮੈਂ ਵੀ ਉਹਨਾਂ ਦੀ ਪਸੰਦ ਦੀ ਸੀ। ਇਸ ਵਾਸਤੇ ਉਹ ਜ਼ਰਾ ਡਾਢੇ ਖਾਨਦਾਨ ਦੀ ਸੀ। ਉਹਨਾਂ ਨੂੰ ਬੁਲਾ ਲਿਆ ਤੇ ਮੈਂ ਕਿਹਾ ਵੀ ਚਲੋ ਮੈਂ ਤੁਹਾਡੇ ਨਾਲ ਪਾਕਿਸਤਾਨ ਜਾਣੀ। ਮੇਰੇ ਕੋਲ ਉਹ ਆਏ ਨੇ, ਰਹਿੰਦੇ ਹੁੰਦੇ ਸਨ, 4-5 ਮਹੀਨੇ ਰਹਿੰਦੇ ਸਨ, ਫਿਰ ਵਾਪਸ ਕੁਵੈਤ ਚਲੇ ਜਾਂਦੇ ਹੁੰਦੇ ਸਨ। ਤੁਹਾਡੀ ਜਿਹੜੀ ਪਹਿਲੀ ਉਹਨਾਂ ਦੀ ਬੀਵੀ, ਜਿਹੜੀ ਇੱਕ ਦੂਸਰੀ ਬੀਵੀ ਹੈਗੀ, ਉਹਨਾਂ ਦੇ ਕਿੰਨੇ ਬੱਚੇ ਨੇ? ਉਹਦੇ 'ਚ ਉਹਨਾਂ ਦੀ 5 ਬੇਟੀਆਂ ਤੇ 1 ਬੇਟਾ ਵੇ। ਤੁਹਾਡੇ ਕਿੰਨੇ ਨੇ? ਮੇਰੇ 2 ਬੇਟੇ ਨੇ, 2 ਬੇਟੀਆਂ ਨੇ। ਕਦੀ ਤੁਹਾਡੇ ਬੇਟੇ ਬੇਟੀਆਂ ਨੂੰ ਤਰਸ ਨਹੀਂ ਆਇਆ ਕਿ ਮੈਂ ਅਸੀਂ ਆਪਣੀ ਅੰਮੀ ਦੇ ਨਾਲ ਇੰਨੀ ਗੁਰਬਤ ਦੇ ਵਿੱਚ ਤੇ ਇੰਨੀ ਤਖਲਕ ਜੀ ਜ਼ਿੰਦਗੀ ਜੀ ਰਹੇ ਹਾਂ, ਤੇ ਕਦੀ ਉਹਨਾਂ ਨੂੰ ਤੁਹਾਡੀ ਬੇਟੀਆਂ ਦੇ ਤਰਸ ਨਹੀਂ ਆਇਆ? ਨਹੀਂ, ਸ਼ਾਇਦ ਉਹਨਾਂ ਨੂੰ ਨਾ ਆਉਂਦਾ ਵੀ, ਉਹਨਾਂ ਦਾ ਜ਼ਮੀਰ ਮਰਿਆ ਹੋਏਗਾ। ਨਾਲੇ ਆਪਣੀ ਇਨਸਾਨ ਦੀ ਸੋਚ ਹੁੰਦੀ, ਕਹਿੰਦੇ ਨੇ ਇਨਸਾਨ ਜਿੰਨਾ ਪੜ੍ਹ ਜਾਂਦਾ ਉਹਨਾਂ ਗਲ ਜਾਂਦਾ ਵੇ। ਉਹਨਾਂ ਦੀ ਮਾਂ ਜ਼ਿਆਦਾ ਪੜ੍ਹੀ ਲਿਖੀ ਹੈ, ਇਸ ਵਾਸਤੇ ਉਹ ਜ਼ਿਆਦਾ ਗਲ ਗਈ। ਅਸੀਂ ਇੰਨੇ ਪੜ੍ਹੇ ਨਹੀਂ ਹੈ, ਮੈਂ ਮਿਡਲ ਕਲਾਸ ਦੇ ਅਸੀਂ ਬੰਦੇ ਹਾਂ। ਸਾਡੀ ਉਹ ਸੋਚ ਹੀ ਨਹੀਂ ਹੈ ਵੀ ਸਤੇਲਾਪਨ ਕੀ ਹੁੰਦਾ ਜਾਂ ਦੂਜਪਨ ਕੀ ਹੁੰਦਾ, ਉਹਨਾਂ 'ਚ ਹੈ ਵੇ, ਸਾਡੇ 'ਚ ਬੇਟਾ ਨਹੀਂ ਹੈ ਵੇ। ਬਿਊਟੀਸ਼ਨ ਕਰ ਰਹੇ ਹੋ, ਇੱਥੇ ਆ ਕੇ ਤੁਸੀਂ ਪ੍ਰਾਪਰਟੀ ਦਾ ਬਿਜ਼ਨਸ ਕੀਤਾ ਹੈ, ਕੁਵੈਤ ਤੋਂ ਆ ਕੇ ਤੁਸੀਂ ਇੱਥੇ ਬਿਜ਼ਨਸ ਸ਼ੁਰੂ ਕਰਨਾ, ਲੇਕਿਨ ਬਿਜ਼ਨਸ ਅਚਾਨਕ ਇੱਕ ਵਰਕਸ਼ਾਪ ਤੇ ਆ ਕੇ ਰੁਕ ਜਾਣਾ, ਇਹ ਕੀ ਸਟੋਰੀ ਹੈਗੀ? ਅਸਲ 'ਚ ਮੇਰੇ ਮੀਆਂ ਸਾਹਿਬ ਨੂੰ ਫਾਲਜ ਦਾ ਅਟੈਕ ਹੋ ਗਿਆ ਸੀ ਔਰ ਸਾਡੇ 'ਤੇ ਮਕਾਨ ਦਾ ਕਬਜ਼ਾ ਹੋ ਗਿਆ ਸੀ। ਅਸੀਂ ਗਿਰਵੀ ਦੇਣ ਦਾ ਕਿਹਾ ਸੀ, ਡੀਲਰ ਨੇ ਕਬਜ਼ਾ ਹੀ ਕਰਵਾ ਦਿੱਤਾ ਉਹਦੇ 'ਤੇ। ਉਹਦੀ ਵਜ੍ਹਾ ਤੋਂ ਮੇਰੇ ਖਾਵਨ ਨੂੰ ਪਹਿਲਾ ਅਟੈਕ ਹੋਇਆ ਜਦੋਂ ਕੁਵੈਤੋਂ ਆਏ ਆ, ਬੱਚੇ ਨੂੰ ਪਾਵਰ ਆਫ ਅਟਾਰਨੀ ਬਣਾ ਕੇ ਦਿੱਤੀ, ਉਦੋਂ ਪਹਿਲਾ ਅਟੈਕ ਹੋਇਆ ਨੇ। ਫਿਰ ਦੂਸਰਾ ਅਟੈਕ ਹੋਇਆ ਜਦੋਂ 5 ਸਾਲ ਬਾਅਦ ਮਕਾਨ 'ਤੇ ਕਬਜ਼ਾ ਹੋ ਗਿਆ ਸਾਡੇ ਕੋਲੋਂ, ਉਦੋਂ ਦੂਸਰਾ ਅਟੈਕ ਉਹਨਾਂ ਨੂੰ ਹੋਇਆ। ਤੀਸਰਾ ਅਟੈਕ ਉਹਨਾਂ ਨੂੰ ਹੋਇਆ ਤੇ ਫਿਰ ਉਹ 8-9 ਦਿਨ ਜ਼ਿੰਦਾ ਰਹੇ ਨੇ, ਫਿਰ ਉਹਨਾਂ ਦਾ ਇੰਤਕਾਲ ਹੋ ਗਿਆ ਸੀ। ਉਹਨਾਂ ਦੇ ਇੰਤਕਾਲ ਤੋਂ ਬਾਅਦ ਮੈਂ 2 ਸਾਲ ਬਹੁਤ ਮਤਲਬ ਕਿ ਤਲਖ ਜ਼ਿੰਦਗੀ ਗੁਜ਼ਾਰੀ ਆਪਣੀ। ਇੱਥੋਂ ਤੱਕ ਮਜਬੂਰ ਹੋ ਗਈ ਸੀ ਵੀ ਜ਼ਹਿਰ ਖਾ ਕੇ ਆ ਵੀ ਮਰ ਜਾਵਾਂ ਤੇ ਬੱਚਿਆਂ ਨੂੰ ਵੀ ਮਾਰ ਦਵਾਂ। ਪਰ ਮੈਂ ਗਿਰਵੀ ਮਕਾਨ ਲਿਆ ਸੀ, ਮੈਂ ਉਹੀ ਪੈਸੇ ਛੁਡਾ ਕੇ ਆਪਣੇ ਬੇਟੇ ਦੇ ਨਾਲ ਦੁਕਾਨ ਬਣਾਈ। ਮੈਂ ਹੁਣ ਆਪਣੇ ਬੇਟੇ ਨੂੰ ਦੁਕਾਨ ਹੀ ਚਲਾ ਰਹੀ। ਦੁਕਾਨ ਆਪਣੀ ਨਹੀਂ, ਕਿਰਾਏ 'ਤੇ ਹੈ। ਕਿਰਾਇਆ ਦਿੰਦੇ ਹੋ? ਕਿੰਨਾ ਕਿਰਾਇਆ? ਰੁਪਏ ਦਾ ਕਿਰਾਇਆ ਹੈ ਤੇ ਬਿਜਲੀ ਦਾ ਬਿੱਲ ਹੈ। ਜਿੰਨੇ ਯੂਨਿਟ ਚੱਲਣਗੇ ਉਹ ਫਿਰ ਉਸ ਹਿਸਾਬ ਨਾਲ ਸਾਨੂੰ ਦੇਣੇ ਪੈਂਦੇ ਹੈ। ਜਿਹੜੇ ਮੁਲਾਜ਼ਮ ਰੱਖੇ ਨੇ ਉਹਨਾਂ ਦੀ ਤਨਖਾਹ, ਉਹਨਾਂ ਦੀ ਰੋਟੀ? ਮੁਲਾਜ਼ਮ ਕੋਈ ਨਹੀਂ ਰੱਖਿਆ, ਮੈਂ ਤੇ ਮੇਰਾ ਬੇਟਾ ਅਸੀਂ ਕੰਮ ਕਰਨੇ ਆ ਬਸ। ਅੱਛਾ ਚਲੋ। ਤੇ ਰੱਖਿਆ। ਕਦੀ ਤੁਹਾਡੀਆਂ ਬੇਟੀਆਂ ਨੂੰ, ਤੁਹਾਡੇ ਬੇਟਿਆਂ ਨੂੰ ਕਦੀ ਜ਼ਿਹਨ 'ਚ ਆਇਆ ਕਿ ਕਾਸ਼ ਕਿ ਸਾਡਾ ਅੱਬੂ ਵੀ ਅੱਜ ਉਸੇ ਅਯਾਸ਼ੀ ਦੀ ਜ਼ਿੰਦਗੀ 'ਚ ਸਾਡੇ ਸਿਰ ਤੇ ਹੁੰਦਾ, ਅਸੀਂ ਅੱਛੀ ਯੂਨੀਵਰਸਿਟੀ ਕਾਲਜਾਂ 'ਚ ਪੜ੍ਹ ਰਹੇ ਹੁੰਦੇ?
ਮੈਂ ਛੋਟੀ ਬੇਟੀ ਦੀ ਸ਼ਾਦੀ ਕਰ ਦਿੱਤੀ ਹੈ। ਮੇਰੇ ਇੱਥੇ ਕੁਛ ਹੈ ਨੇ ਮੇਰੇ ਬੱਚੇ ਜਿਨ੍ਹਾਂ ਨੇ ਮੇਰੇ ਨਾਲ ਹੈਲਪ ਕੀਤੀ। ਮੈਂ ਬੱਚੀ ਦਾ ਸਾਦਗੀ ਨਾਲ ਨਿਕਾਹ ਕਰਕੇ ਕਰ ਦਿੱਤਾ। ਵੱਡੀ ਬੇਟੀ ਨੂੰ ਮੇਰੀ ਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ। ਉਹਨੇ FSC ਕੀਤੀ ਅੱਗੋਂ ਕਹਿੰਦੀ ਮੈਂ ਐਵੀਏਸ਼ਨ ਕਰਨਾ, ਪਰ ਮੈਂ ਨਹੀਂ ਪੜ੍ਹਾ ਸਕਦੀ। ਉਹ ਮੇਰੀ ਬੇਟੀ ਘਰ ਹੈ। ਬਹੁਤ ਉਹਨਾਂ ਦੇ ਦਿਲ 'ਚ ਵੀ ਆਉਂਦੀ, ਪਰ ਫਿਰ ਵੀ ਉਹਨਾਂ ਦੀ ਵੀ ਹਿੰਮਤ ਹੈ। ਪੜ੍ਹਨ ਦਾ ਸ਼ੌਕ ਹੈ ਤੁਹਾਡੀ ਬੇਟੀ ਨੂੰ? ਮੇਰੀ ਬੇਟੀ ਨੂੰ ਮਜਬੂਰੀਆਂ ਦੀ ਵਜ੍ਹਾ ਤੋਂ ਨਹੀਂ ਪੜ੍ਹ ਸਕਦੀ? ਨਹੀਂ ਪੜ੍ਹਦੇ। ਮੇਰੇ ਛੋਟਾ ਬੇਟਾ ਉਹਨੇ ICS ਕੀਤਾ ਹੋਵੇ, ਉਹਨੂੰ ਪੜ੍ਹਨ ਦਾ ਸ਼ੌਕ, ਉਹਦੇ 2 ਸਾਲ ਸਗੋਂ ਜ਼ਾਇਆ ਹੋ ਗਏ। ਹੁਣ ਉਹ ਕੰਮ ਵੀ ਕਰਦਾ ਵੇ ਸੀਲਿੰਗ ਦਾ, ਤੇ ਅੱਗੋਂ ਹੁਣ ਪੜ੍ਹਦਾ ਵੀ ਪਿਆ ਵੇ। ਕੀ ਕਮਾ ਲੈਂਦੇ ਆ? ਦੁਕਾਨ ਦੇ ਵਿੱਚ 4 ਚੀਜ਼ਾਂ ਰੱਖੀਆਂ ਹੋਈਆਂ ਨੇ, 2 ਮੋਟਰਸਾਈਕਲ ਖੜੀਆਂ ਨੇ, ਕੀ ਫਾਇਦਾ ਹਾਸਿਲ ਹੁੰਦਾ ਤੁਹਾਨੂੰ? ਬਸ ਬੇਟਾ ਉਹਨੇ ਆਖਿਆ ਘਰ ਦਾ ਕਿਚਨ ਕਦੀ ਚੱਲ ਜਾਂਦਾ, ਕਦੀ ਠੰਡਾ ਹੋ ਜਾਂਦਾ। ਹੁਣ ਤੇ ਤਕਰੀਬਨ ਅਲਮਾਰੀ ਕੱਲ ਬੈਠੇ ਬੈਠੇ ਡਿੱਗ ਗਈ ਹੈ। ਹੁਣ ਤੇ ਮੇਰੇ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਨੇ, ਮੈਂ ਕਹਿੰਦੀ ਵੀ ਮੇਰੇ ਕੋਲ ਪਾਕਿਸਤਾਨ ਦਾ ਕੋਈ ਬਾਹਰ ਮੁਲਕ ਤੋਂ ਜਾਂ ਮੁਲਕ ਦੇ ਵਿੱਚ ਹੈ, ਕੋਈ ਬਹੁਤ ਰੱਬ ਨੇ ਰਿਜ਼ਕ ਦਿੱਤਾ ਹੈ ਲੋਕਾਂ ਨੂੰ, ਕੋਈ ਭੈਣ ਭਰਾ ਜਾਂ ਬੱਚਾ ਕੋਈ ਇਹੋ ਜਿਹਾ ਹੋਵੇ ਵੀ ਮੈਂ ਦੁਕਾਨ 'ਚ ਆਪਣੇ ਸਪੇਅਰ ਪਾਰਟ ਪਾਉਣਾ ਚਾਹੁੰਦੀ। ਮੇਰੀ ਬੇਸ਼ੱਕ ਲੋਨ ਦੇ ਤੌਰ ਤੇ ਦੇਵੇ, ਮੈਂ ਕਰਜ਼ਾ ਨਹੀਂ ਲੈਂਦੀ, ਮੈਨੂੰ ਲੋਨ ਦੇ ਤੌਰ ਤੇ ਦੇ ਦੇਵੇ। ਸਦਕਾ ਖਰਾਤ ਵੀ ਨਹੀਂ ਮੈਂ ਮੰਗਦੀ ਕਿਸੇ ਕੋਲੋਂ, ਕਿਉਂਕਿ ਅਸੀਂ ਸਹੀ ਹੈ ਤਾਂ ਸਾਨੂੰ ਲੱਗਦਾ ਹੀ ਨਹੀਂ ਹੈ। ਕੋਈ ਅੱਲਾ ਦਾ ਨੇਕ ਬੰਦਾ ਪਾਕਿਸਤਾਨ ਜਾਂ ਬਾਹਰੋਂ ਤੁਹਾਨੂੰ ਕੋਈ ਔਰ ਕਾਰੋਬਾਰ ਦੇਣਾ ਚਾਹਵੇ, ਕੋਈ ਅੱਛਾ ਪੈਸਾ ਲਾ ਕੇ, ਤੇ ਕਿਹੜਾ ਕਰ ਸਕਦੇ ਹੋ? ਮੈਂ ਕਾਰੋਬਾਰ ਕੋਈ ਵੀ ਹੋਏਗਾ ਮੈਂ ਕਰ ਲਾਂਗੀ, ਕਿਉਂਕਿ ਮੈਂ 6 ਸਾਲ ਦੀ ਉਮਰ 'ਚ ਬੱਚਾ ਕਾਰੋਬਾਰ 'ਚ ਵੜੀ ਹਾਂ। ਮੈਨੂੰ ਹਰ ਕਾਰੋਬਾਰ ਆਉਂਦਾ, ਮੈਂ ਹਰ ਕਾਰੋਬਾਰ ਕਰ ਸਕਦੀ ਹਾਂ। ਇਹ ਨਹੀਂ ਵੀ ਮੈਨੂੰ ਨਹੀਂ ਆਉਂਦਾ, ਮੈਂ ਦੁਨੀਆ ਦਾ ਹਰ ਨਾਮੁਮਕਿਨ ਕੰਮ ਮੁਮਕਿਨ ਕਰਕੇ ਦਿਖਾਇਆ ਵੇ। ਪ੍ਰੋਪਰਟੀ ਦਾ ਵੀ ਕਰ ਸਕਦੇ ਹੋ, ਬਿਲਕੁਲ ਮੈਂ ਕਰ ਸਕਦੀ ਹਾਂ। ਸ਼ੋਰੂਮ ਦਾ ਵੀ ਕਰ ਸਕਦੇ ਹੋ, ਬਿਊਟੀਸ਼ੀਅਨ ਦਾ ਵੀ ਕਰ ਸਕਦੇ ਹੋ। ਕੋਈ ਪਾਰਲਰ ਅੱਛਾ ਜਿਹਾ ਤੁਹਾਨੂੰ ਖੋਲ ਦਈਏ? ਪਾਰਲਰ ਦੇ ਮੇਰੀ ਹੁਣ ਨਜ਼ਰ ਨਹੀਂ ਕੰਮ ਕਰਦੀ, ਕਿਉਂਕਿ ਮੈਂ ਕੈਂਸਰ ਦੀ ਮਰੀਜ਼ ਹਾਂ। ਇੱਕ ਤਾਂ ਮੈਂ ਖੜੀ ਨਹੀਂ ਰਹਿ ਸਕਦੀ ਜ਼ਿਆਦਾ ਦੇਰ, ਮੇਰੇ ਕੋਲ ਖੜਾ ਨਹੀਂ ਹੋਇਆ ਜਾਂਦਾ। ਔਰ ਮੇਰੀ ਨਜ਼ਦੀਕ ਦੀ ਬਿਲਕੁਲ ਨਿਗਾਹ ਜਿਹੜੀ ਨਾ ਖਤਮ ਹੋ ਚੁੱਕੀ ਹੈ। ਤੁਹਾਡੇ ਖਾਵਨ ਤੁਹਾਨੂੰ ਦੇਖ ਰਹੇ ਨੇ ਇਸ ਟਾਈਮ, ਉਹਨਾਂ ਦੀ ਬੀਵੀ ਵੀ ਦੇਖ ਰਹੀ ਹੈ, ਕੀ ਮੈਸੇਜ ਦੇਣਾ ਚਾਹੋਗੇ ਇਨਸਾਨੀਅਤ ਦੇ ਨਾਮ? ਮੈਂ ਉਹਨਾਂ ਨੂੰ ਇਹ ਕਹਾਂਗੀ ਬੇਟਾ, ਅਗਰ ਤੇਰੇ 'ਚ ਹਿੰਮਤ ਹੈ ਵੇ, ਤੈਨੂੰ ਰੱਬ ਨੇ ਇੰਨਾ ਦਿੱਤਾ ਹੈ, ਤੇ ਆਪਣੇ ਛੋਟਾ ਭਾਈ ਸਮਝ ਕੇ, ਅਗਰ ਛੋਟਾ ਭਾਈ ਵੀ ਨਹੀਂ ਸਮਝ ਸਕਦਾ, ਕੋਈ ਗੈਰ ਸਮਝ ਕੇ ਇੰਨੀ ਕੋ ਕਰਦੇ ਪਏ। ਰੋ ਕਿਉਂ ਰਹੇ ਹੋ? ਜਦੋਂ ਅਸੀਂ ਆਏ ਸੀ ਤੁਹਾਡੀਆਂ ਵੀਡੀਓ ਸ਼ਾਰਟ ਨਜ਼ਰ ਆ ਰਹੇ, ਤੁਸੀਂ ਐਡਾ ਪਿਆਰਾ ਮੁਸਕਰਾ ਰਹੇ ਹੋ, ਕੰਮ ਕਰ ਰਹੇ ਹੋ, ਤਾਂ ਅਚਾਨਕ ਰੋਣਾ ਕਿਸ ਤਰ੍ਹਾਂ ਆ ਗਿਆ? ਬਸ ਵਕਤ ਯਾਦ ਆ ਜਾਂਦਾ ਹੈ, ਗੁਜ਼ਰਿਆ वक्त याद आ जाता है। नाजरीन किसी की मोहताज नहीं है, ये कह रही हैं कि मेरे अंदर इतना टैलेंट भरपूर बड़ा हुआ है कि मैं दुनिया का कोई काम भी नहीं है जिसको मैं मुश्किल समझूं। ब्यूटिशियन का, वर्कशॉप का, ब्यूटिशियन के मतलब अगर इनको पार्लर खोल दिया जाए तो वो भी बहुत बड़ी बात है। और पार्लर की बात की जाए तो वर्कशॉप में भी काफ़ी ज़्यादा स्पेयर पार्ट्स की ज़रूरत है। इनको 4 चीज़ें पड़ी हुई हैं, तो इससे कोई गुजारा और काम नहीं होता है। और जायज़ कैश नंबर भी ਤੁਹਾਡਾ? ਹਾਂਜੀ 0308 47600056, ਇਹ ਮੇਰਾ ਨੰਬਰ ਵੀ ਹੈ, ਤੇ ਮੇਰਾ ਜਾਇਜ਼ ਕੈਸ਼ ਵੀ ਇਹਦੇ ਤੇ ਬਣਿਆ ਹੋਵੇ। WhatsApp भी बनाया है? WhatsApp ਨਹੀਂ ਬਣਾਇਆ ਮੈਂ। किस नाम से हैगा ਤੁਹਾਡਾ ਨੰਬਰ? ਵੈਸੇ ਮੇਰੇ ਅਗਰ ਬੇਟੇ ਦਾ ਨੰਬਰ ਲੈਣਾ ਵੇ, ਉਹਦੇ ਤੇ नहीं ਤੁਹਾਡਾ ਜਾਇਜ਼ ਕੈਸ਼ ਕਿਸ ਨਾਮ ਤੇ ਬਣਿਆ? ਸੈਦਾ ਤਸਲੀਮ ਦੇ ਨਾਮ ਤੇ ਬਣਿਆ ਹੈ। ਸੈਦਾ ਤਸਲੀਮ ਦੇ ਨਾਮ ਤੇ ਬਣਿਆ ਹੈ। ਤੇ WhatsApp ਨੰਬਰ ਵੀ ਦੱਸੋ ਨਾ, ਤੁਹਾਡੇ ਨਾਲ ਰਾਬਤਾ ਕਰਨ ਕੋਈ ਤੁਹਾਡੇ ਕੋਲ ID ਕਾਰਡ ਨੰਬਰ ਮੰਗਦਾ ਜਿਹਨੇ ਪੈਸੇ ਬੇਟਾ WhatsApp ਵਾਲਾ ਫੋਨ ਹੀ ਨਹੀਂ ਹੈ, ਮੈਂ ਬਟਨ ਬੇਟੇ ਦਾ? ਰੱਖਿਆ। ਉਹਦਾ ਫੋਨ ਹੈ, ਪਰਸੋਂ ਸਾਡੇ ਕੋਲ ਕੰਮ ਕਰਦੇ ਨੇ ਡਿੱਗ ਪਿਆ ਵੇ, ਖਰਾਬ, ਉਹਦਾ ਸਪੀਕਰ ਖਰਾਬ ਹੋ ਗਿਆ, ਆਵਾਜ਼ ਨਹੀਂ ਆਉਂਦੀ ਹੈ। ID ਕਾਰਡ ਨੰਬਰ ਵੀ ਨਹੀਂ ਯਾਦ? ਮੇਰਾ ID ਕਾਰਡ ਜਿਹੜਾ ਗੁੰਮ ਹੋ ਗਿਆ ਸਮਾਨ ਦੇ ਵਿੱਚ, ਤੇ ਮੇਰੇ ਬੇਟੇ ਦਾ ID ਕਾਰਡ ਹੈ ਵੇ। ਹੁਣ जायज़ कैश नंबर के थ्रू हो जाए। नाज़रीन आगे जाने की ज़रूरत नहीं है, और टैलेंटेड ख़ातून है, बुज़ुर्ग है, लेकिन ये ख़ुद को ये नहीं ज़ाहिर करवाना चाहते। आप इनके हाथ दे सकते हैं कि सारा दिन सारी रात एक जगह पे कश बकश मेहनत करती है अपने बेटे के साथ। बेटा पढ़ता भी है, साथ इनके साथ हाथ भी बटाता है। और बड़े दुख वाली बात है कि पाकिस्तान में रहते हुए ऐसी ख़ातून जो है लोगों को मोटरसाइकिल को पंक्चर लगाती हैं, उनके जो भी ओवरऑल वर्क होता है, तो बड़ा दुख होता है पाकिस्तान में रहते हुए। गुजारिश है कि इनको अच्छे से अच्छा बिज़नेस दिया जाए। अगर इधर से कुछ कमाना चाहती तो इनको जाहिर सी बात है, पूरी दुकान खाली पड़ी हुई, तो इनको स्पेयर पार्ट्स और बहुत सारी चीज़ों की ज़रूरत है। जितनी हो सके आप इनके जायज़ कैश से इनकी हेल्प करें, और इनसे कांटेक्ट करके आप किसी न किसी तरह इनका ID कार्ड नंबर भी ले सकते हैं, ताकि बाहर से लोग भेजने वालों के लिए बहुत मुश्किल होता है। तो मुझे उम्मीद है कि आप लोग अपने आंसू नहीं रोक पाएंगे। जिस तरह की इनकी स्टोरी है कि लाखों कमाने वाली अब हज़ारों भी नहीं कमा सकती हैं, बड़ा दुख होता है। और हम भी रोते हैं कि मतलब हमारी माँ जैसी माँ दर बदर की ठोकरें कहने खा रही है। भीख मांगने के बजाय, गलत कामों में जाने के बजाय इन्होंने एक इज़्ज़तदार कारोबार बनाया, लेकिन वो चलना ना चलना नसीब की बात है। जितनी कोशिश हो सके आप इनकी हेल्प करें। मुझे उम्मीद है कि आप इनको मायूस नहीं करेंगे। इसी के साथ मुझे इजाज़त दें, और ऐसी ही एक नई वीडियो में मिलेंगे। अल्लाह हाफिज़।